ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਸਿੰਪਲ ਨੂੰ ਯੂਜ਼ ਕਰਨਾ ਸਿੱਖਾਂਗੇ ਅਗੇਨ। ਤੇ ਅਗਰ ਤੁਹਾਡਾ ਕੋਈ ਹਾਲੇ ਵੀ ਡਾਊਟ ਰਹਿ ਗਿਆ, ਜਿੱਦਾਂ ਕਿ ਮੈਂ ਪ੍ਰੀਵੀਅਸਲੀ 2 ਵੀਡੀਓਜ਼ ਬਣਾਈਆਂ ਸੀਗੀਆਂ ਕਿ ਤੁਹਾਨੂੰ ਇਹਨਾਂ ਦੇ ਵਿੱਚ ਫਰਕ ਸਮਝਾ ਸਕਾਂ ਤਾਂ ਜਾਂ ਤੁਹਾਡੇ ਡਾਊਟਸ ਦੂਰ ਹੋ ਸਕਣ, ਬਟ ਅਗਰ ਸਟਿਲ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ, ਨਹੀਂ ਸਮਝ ਆ ਰਹੀ, then ਆਪਾਂ ਇੱਕ ਐਕਸਰਸਾਈਜ਼ ਕਰਦੇ ਹਾਂ ਇਹਨਾਂ ਦੇ ਨਾਲ ਰਿਲੇਟਡ। ਸੋ ਚਲੋ ਟਰਾਈ ਕਰਦੇ ਹਾਂ। ਅਗਰ ਕੋਈ ਡਾਊਟ ਰਹਿ ਗਿਆ ਉਹਨੂੰ ਕਲੀਅਰ ਕਰਨ ਲਈ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਸਿੰਪਲ ਤੇ ਦੋਨਾਂ ਦੇ ਵਿੱਚੋਂ ਕਿਹੜਾ ਆਊਗਾ। ਅਗੇਨ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਫਰਕ ਇਹ ਹੁੰਦਾ ਕਿ ਪ੍ਰੈਜ਼ੈਂਟ ਸਿੰਪਲ ਆਪਾਂ ਉਦੋਂ ਯੂਜ਼ ਕਰਦੇ ਜਦੋਂ ਆਪਾਂ ਕਿਸੇ ਰਿਪੀਟਡ ਐਕਸ਼ਨ ਦੀ ਗੱਲ ਕਰੀਏ ਜਾਂ ਕਿਸੇ ਫੈਕਟ ਦੀ ਗੱਲ ਕਰੀਏ ਕਿ ਇਹ ਚੀਜ਼ ਫੈਕਟ ਹੈ, ਕਿ ਇਹ ਚੀਜ਼ ਇੱਦਾਂ ਹੁੰਦੀ ਹੈ ਤਾਂ ਹੁੰਦੀ ਆ। ਓਕੇ, ਸੋ ਐਂਡ ਪ੍ਰੈਜ਼ੈਂਟ ਕੰਟੀਨਿਊਸ ਦਾ ਮਤਲਬ ਹੁੰਦਾ ਕਿ ਇਹ ਹੁਣ ਚੱਲ ਰਹੀ ਹੈ, ਠੀਕ ਹੈ। ਬਟ ਕੁਝ ਕੁ ਵਰਬਸ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਜਾਂ ਤਾਂ ਸਿਰਫ ਕੰਟੀਨਿਊ ਦੇ ਵਿੱਚ ਯੂਜ਼ ਕਰ ਸਕਦੇ ਹੋ ਜਾਂ ਸਿਰਫ ਉਹ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਯੂਜ਼ ਕਰ ਸਕਦੇ ਹੋ। ਓਕੇ, ਲੈਟਸ ਸੀ। ਆਰ ਯੂ ਹੰਗਰੀ। ਸੋ ਆਪਾਂ ਮੰਨ ਲਓ ਅਗਰ ਕਹਿ ਰਹੇ ਕਿ ਆਰ ਯੂ ਹੰਗਰੀ, ਇਹਦਾ ਮਤਲਬ ਕਿ ਕੀ ਤੁਹਾਨੂੰ ਭੁੱਖ ਲੱਗੀ ਹੈ ਜਾਂ ਕੀ ਤੁਸੀਂ ਭੁੱਖੇ ਹੋ। ਸੋ ਕੀ ਤੁਹਾਨੂੰ ਭੁੱਖ ਲੱਗੀ ਹੈ, ਆਰ ਯੂ ਹੰਗਰੀ ਡੈਸ਼ ਯੂ ਵਾਂਟ ਸਮਥਿੰਗ ਟੂ ਈਟ। ਹੁਣ ਆਪਾਂ ਇੱਥੇ ਕੁਐਸਚਨ ਪੁੱਟ ਕਰਨਾ ਹੈ। ਅਗਰ ਆਪਾਂ ਇਹਨੂੰ ਪੰਜਾਬੀ 'ਚ ਬੋਲਾਂਗੇ then ਆਪਾਂ ਬੋਲਾਂਗੇ ਯੂ ਵਾਂਟ ਸਮਥਿੰਗ ਟੂ ਈਟ, ਤਾਂ ਆਪਾਂ ਕੁਐਸਚਨ ਪੁੱਟ ਕਰ ਰਹੇ ਹਾਂ। ਤਾਂ ਪੰਜਾਬੀ 'ਚ ਆਪਾਂ ਕੀ ਬੋਲਾਂਗੇ, ਕੀ ਤੁਸੀਂ ਕੁਝ ਖਾਣਾ ਚਾਹੁੰਦੇ ਹੋ ਜਾਂ ਕੀ ਤੁਹਾਨੂੰ ਕੁਝ ਖਾਣ ਲਈ ਚਾਹੀਦਾ ਹੈ। ਦੈਨ ਇੱਥੇ ਆਪਾਂ ਕੁਐਸਚਨ ਬਣਾਉਂਦੇ ਆ। ਪ੍ਰੈਜ਼ੈਂਟ ਸਿੰਪਲ ਦਾ ਕੁਐਸਚਨ ਕਿੱਦਾਂ ਬਣਦਾ ਆ। ਪ੍ਰੈਜ਼ੈਂਟ ਸਿੰਪਲ ਹੁੰਦਾ ਸਬਜੈਕਟ ਵਰਬ, ਜ਼ਿਆਦਾ ਤੋਂ ਜ਼ਿਆਦਾ ਐਸੀ ਹੈ। ਸੋ ਸਿੰਗੂਲਰ ਅਗਰ ਤੁਹਾਡਾ ਸਬਜੈਕਟ ਹੈਗਾ ਦੈਨ ਆਬਜੈਕਟ। ਬਟ ਅਗਰ ਆਪਾਂ ਕੁਐਸਚਨ ਬਣਾਉਂਦੇ ਹਾਂ ਦੈਨ ਆਪਾਂ ਉਹਦੇ ਵਿੱਚ ਡੂ ਜਾਂ ਡਜ਼ ਯੂਜ਼ ਕਰਦੇ ਹਾਂ। ਹੁਣ ਅਗਰ ਪ੍ਰੈਜ਼ੈਂਟ ਸਿੰਪਲ ਦੀ ਗੱਲ ਕਰੀਏ, ਜਦੋਂ ਆਪਾਂ ਕੁਐਸਚਨ ਪੁੱਟ ਕਰਦੇ ਹਾਂ ਤਾਂ ਅਗਰ ਤਾਂ ਤੁਹਾਡਾ ਸਬਜੈਕਟ ਪਲੂਰਲ ਹੈ ਦੈਨ ਆਪਾਂ ਡੂ ਯੂਜ਼ ਕਰਦੇ ਹਾਂ, ਤੇ ਅਗਰ ਸਿੰਗੂਲਰ ਹੈ ਤਾਂ ਡਜ਼ ਯੂਜ਼ ਕਰਦੇ ਹਾਂ। ਵੈਸੇ ਆਪਣੇ ਜਿਹੜਾ ਸਬਜੈਕਟ ਹੈ ਉਹਦੇ 2 ਗਰੁੱਪ ਆਪਾਂ ਮੰਨਦੇ ਹਾਂ, ਆਈ, ਵੀ, ਯੂ, ਦੇ, ਜਾਂ ਇੱਕ ਤੋਂ ਵੱਧ ਅਗਰ ਚੀਜ਼ਾਂ ਦੀ ਗੱਲ ਕਰਦੇ ਹਾਂ ਜਾਂ ਪੀਪਲ ਦੀ ਗੱਲ ਕਰਦੇ ਹਾਂ। ਐਂਡ ਦੂਸਰਾ ਹੈਗਾ ਹੀ, ਸ਼ੀ, ਇਟ, ਜਾਂ ਅਗਰ ਆਪਾਂ ਇੱਕ ਜਣੇ ਦੀ ਗੱਲ ਕਰਦੇ ਹਾਂ, ਇੱਕ ਚੀਜ਼ ਦੀ ਗੱਲ ਕਰਦੇ ਹਾਂ, ਠੀਕ ਹੈ। ਹੁਣ ਆਈ, ਵੀ, ਯੂ, ਦੇ ਜਾਂ ਜ਼ਿਆਦਾ ਜਣਿਆਂ ਦੀ ਗੱਲ ਕਰਾਂਗੇ ਤਾਂ ਆਪਾਂ ਡੂ ਲਗਾਉਂਦੇ ਹਾਂ। ਹੀ, ਸ਼ੀ, ਇਟ ਜਾਂ ਇੱਕ ਜਣੇ ਦੀ ਗੱਲ ਕਰਾਂਗੇ ਤਾਂ ਆਪਾਂ ਡਜ਼ ਲਗਾਉਂਦੇ ਹਾਂ। ਹੁਣ ਅੱਛਾ, ਆਈ, ਵੀ, ਯੂ, ਦੇ, ਹੁਣ ਯੂ ਆ ਗਿਆ ਡੂ ਵਾਲੇ ਗਰੁੱਪ ਦੇ ਵਿੱਚ। ਸੋ ਇੱਥੇ ਆਪਾਂ ਲਗਾਵਾਂਗੇ ਕੁਐਸਚਨ ਪੁੱਟ ਕਰ ਰਹੇ। ਹੁਣ ਆਪਾਂ ਕਿੱਦਾਂ ਪੁੱਛਾਂਗੇ, ਕੀ ਤੁਹਾਨੂੰ ਕੁਝ ਖਾਣ ਲਈ ਚਾਹੀਦਾ ਹੈ, ਜਾਂ ਆਪਾਂ ਇੱਦਾਂ ਕਹਾਂਗੇ ਕੀ ਤੁਸੀਂ ਕੁਝ ਖਾਣ ਲਈ ਚਾਹ ਰਹੇ ਹੋ, ਹੈ ਨਾ। ਪਤਾ ਲੱਗ ਰਿਹਾ ਨਾ, ਆਪਾਂ ਇੱਦਾਂ ਨਹੀਂ ਬੋਲਦੇ ਰਹੇ ਹੋ, ਤਾਂ ਆਪਾਂ ਬੋਲਾਂਗੇ ਕੀ ਤੁਹਾਨੂੰ ਕੁਝ ਖਾਣ ਲਈ ਚਾਹੀਦਾ ਹੈ ਜਾਂ ਕੀ ਤੁਸੀਂ ਕੁਝ ਖਾਣਾ ਚਾਹੁੰਦੇ ਹੋ। ਦੈਨ ਦਾ ਹੈ, ਦੀ ਹੈ, ਦੇ ਹਨ ਦਾ ਮਤਲਬ ਕੀ ਆ, ਜੇ ਐਂਡ ਦੇ ਵਿੱਚ ਜਿੱਦਾਂ ਚਾਹੁੰਦੇ ਹੋ, ਠੀਕ ਹੈ। ਤੇ ਹੁਣ ਅਗਰ ਤੁਹਾਡੇ ਜੋ ਆਪਾਂ ਕੰਮ ਦੀ ਗੱਲ ਕਰ ਰਹੇ ਹਾਂ, ਜੋ ਹੋਣ ਦੀ ਗੱਲ ਹੋ ਰਹੀ ਹੈ, ਅਗਰ ਉਹਦੇ ਐਂਡ ਦੇ ਵਿੱਚ ਦਾ ਹੈ, ਦੀ ਹੈ, ਦੇ ਹਨ ਹੁੰਦਾ ਹੈ ਤਾਂ ਓਬਵੀਅਸਲੀ ਉਹ ਪ੍ਰੈਜ਼ੈਂਟ ਸਿੰਪਲ ਹੁੰਦਾ ਹੈ। ਹੁਣ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਆਪਾਂ ਨੇ ਕੀ ਕਰਨਾ, ਵਰਬ ਦੀ ਫਸਟ ਫਾਰਮ ਯੂਜ਼ ਕਰਨੀ ਹੈ। ਐਂਡ ਹੁਣ ਇੱਥੇ ਆਪਾਂ ਨੂੰ ਡੂ ਡਜ਼ ਵੀ ਯੂਜ਼ ਕਰਨਾ ਪੈਣਾ ਕਿਉਂਕਿ ਕੁਐਸਚਨ ਆ ਗਿਆ। ਹੁਣ ਆਪਾਂ ਯੂਜ਼ ਕਰਾਂਗੇ ਡੂ ਯੂ, do you want something to eat, ਨਾ ਕਿ are you wanting something to eat। okay, so do you want something to eat, ਕੀ ਤੁਹਾਨੂੰ ਕੁਝ ਖਾਣ ਲਈ ਚਾਹੀਦਾ ਹੈ। ਇਹਦੇ ਅੱਗੇ ਲੱਗ ਜਾਏਗਾ do, then do you want something to eat। okay, next है Alan says he is 90 years old but nobody dash him। ਹੁਣ ਅਗਰ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਬੋਲੀਏ ਤਾਂ ਇਹ ਹੋਊਗਾ ਕਿ ਐਲਨ ਕਹਿੰਦਾ ਆ ਜਾਂ ਯੈਸ ਐਲਨ ਕਹਿੰਦਾ ਆ ਕਿ ਉਹ 19 ਈਅਰਸ ਓਲਡ ਹੈ, ਕਿ ਉਹ 90 ਸਾਲ ਦਾ ਆ। ਬਟ ਨੋਬਡੀ ਡੈਸ਼ ਹਿਮ ਮੀਨਸ ਬਿਲੀਵ ਦਾ ਮਤਲਬ ਕੀ ਹੋ ਗਿਆ, ਯਕੀਨ। ਬਟ ਕੋਈ ਉਹਦਾ ਯਕੀਨ ਨਹੀਂ ਕਰਦਾ। ਹੁਣ ਆਪਾਂ ਅਗੇਨ ਕੀ ਕਹਿ ਰਹੇ ਕਿ ਕੋਈ ਉਹਦਾ ਯਕੀਨ ਨਹੀਂ ਕਰਦਾ, ਮਤਲਬ ਦਾ ਹੈ ਨਾ, ਕੋਈ ਉਹਦਾ ਯਕੀਨ ਨਹੀਂ ਕਰਦਾ ਹੈ। ਦੈਟ ਮੀਨਸ ਆਪਾਂ ਫਸਟ ਫਾਰਮ ਯੂਜ਼ ਕਰਨੀ ਆ। ਹੁਣ ਜਿਹੜਾ ਨੋਬਡੀ ਹੁੰਦਾ ਉਹਨੂੰ ਹਮੇਸ਼ਾ ਆਪਾਂ ਸਿੰਗੂਲਰ ਦੇ ਵਿੱਚ ਮੰਨਦੇ ਹਾਂ। ਓਕੇ, ਦੈਨ ਇੱਥੇ ਆ ਜਾਊਗਾ ਸਿੰਗੂਲਰ ਦੇ ਨਾਲ ਕੀ ਲਗਾਉਣਾ ਆਪਾਂ ਨੇ, ਐਸ, ਮਤਲਬ ਇੱਥੇ ਈਐਸ। nobody believes him, ਬਟ ਕੋਈ ਵੀ ਉਹਦਾ ਯਕੀਨ ਨਹੀਂ ਕਰਦਾ। she told me her name, ਉਹਨੇ ਮੈਨੂੰ ਆਪਣਾ ਨਾਮ ਦੱਸਿਆ, ਬਟ I not remember it now। ਹੁਣ ਇਹਨੂੰ ਕੀ ਕਵਾਂਗੇ ਕਿ ਹੁਣ ਨਾਮ ਮੈਨੂੰ ਯਾਦ ਨਹੀਂ ਆ, ਕਿ ਹੁਣ ਮੈਨੂੰ ਨਾਮ ਯਾਦ ਨਹੀਂ ਆ ਰਿਹਾ, ਬਟ ਮੈਨੂੰ ਹੁਣ ਯਾਦ ਨਹੀਂ। ਆਪਾਂ ਇਹ ਕਵਾਂਗੇ ਕਿਉਂਕਿ ਚੀਜ਼ ਜਾਂ ਤਾਂ ਯਾਦ ਹੈਗੀ ਆ ਜਾਂ ਨਹੀਂ ਹੈਗੀ। ਦੈਨ ਆਪਾਂ ਕਵਾਂਗੇ ਇਹਨੂੰ ਤੁਸੀਂ ਦੋ ਤਰ੍ਹਾਂ ਨਾਲ ਬਣਾ ਸਕਦੇ ਹੋ। ਇੱਕ ਤਾਂ ਡੂ ਦੇ ਨਾਲ ਬਣਾ ਸਕਦੇ ਹੋ, ਬਟ I
डू नॉट ਰਿਮੈਂਬਰ ਇਟ ਨਾਓ, ਬਟ ਹੁਣ ਮੈਨੂੰ ਇਹ ਯਾਦ ਨਹੀਂ ਆ। ਤੁਸੀਂ ਇਹਨੂੰ ਇੱਥੇ ਕੈਨ ਦੇ ਨਾਲ ਵੀ ਬਣਾ ਸਕਦੇ, ਬਟ ਆਈ ਕੈਨ ਨੋਟ ਰਿਮੈਂਬਰ ਇਟ ਨਾਓ, ਕਿ ਮੈਨੂੰ ਯਾਦ ਨਹੀਂ ਆ ਰਿਹਾ, ਮੈਂ ਯਾਦ ਨਹੀਂ ਕਰ ਸਕਦਾ ਹੁਣ ਇਸ ਟਾਈਮ 'ਤੇ, ਜਾਂ ਮੈਨੂੰ ਯਾਦ ਨਹੀਂ ਆ ਰਿਹਾ। ਅਤੇ ਡੂ ਅਤੇ ਕੈਨ ਦੋਨਾਂ ਦੇ ਨਾਲ ਬਣ ਜਾਏਗਾ, ਬਟ ਇਹ ਨਹੀਂ ਕਹਿ ਸਕਦੇ ਆਪਾਂ ਕਿ ਆਈ ਐਮ ਨੋਟ ਰਿਮੈਂਬਰਿੰਗ ਇਟ। ਓਕੇ, ਚਲੋ। ਸੋ ਡੂ ਯੂ ਪੁੱਟ ਦ ਸੋਰੀ ਡੂ ਨੋਟ ਪੁੱਟ ਦ ਡਿਕਸ਼ਨਰੀ ਅਵੇ। ਪੁੱਟ ਦਾ ਮਤਲਬ ਹੁੰਦਾ ਰੱਖਣਾ। ਡੂ ਨੋਟ ਪੁੱਟ ਦ ਡਿਕਸ਼ਨਰੀ ਅਵੇ, ਕਿ ਡਿਕਸ਼ਨਰੀ ਨੂੰ ਦੂਰ ਨਾ ਰੱਖੋ। ਆਈ ਯੂਜ਼ ਇਟ। ਹੁਣ ਇਹਨੂੰ ਤੁਸੀਂ ਕਿੱਦਾਂ ਕਹੋਗੇ ਕਿ ਮੈਂ ਇਹਨੂੰ ਯੂਜ਼ ਕਰ ਰਿਹਾ ਹਾਂ, ਕਿ ਮੈਂ ਇਹਨੂੰ ਯੂਜ਼ ਕਰਦਾ ਹਾਂ, ਕਿ ਡਿਕਸ਼ਨਰੀ ਪਰੇ ਨਾ ਰੱਖੋ, ਮੈਂ ਇਹਨੂੰ ਯੂਜ਼ ਕਰ ਰਿਹਾ। ਓਕੇ, ਦੈਨ ਹੁਣ ਤੁਸੀਂ ਕਹੋਗੇ ਆਈ ਐਮ ਯੂਜ਼ਿੰਗ ਇਟ, ਕਿਉਂਕਿ ਹੁਣ ਇਸ ਟਾਈਮ ਦੀ ਗੱਲ ਹੋ ਰਹੀ ਹੈ ਕਿ ਮੈਂ ਇਹਨੂੰ ਯੂਜ਼ ਕਰ ਰਿਹਾ, ਇਹਨੂੰ ਪਰੇ ਨਾ ਰੱਖੋ। ਓਕੇ, ਸੈਕਿੰਡ ਸੈਂਟੈਂਸ ਹੈਗਾ ਸੇਮ, ਡੂ ਨੋਟ ਪੁੱਟ ਦ ਡਿਕਸ਼ਨਰੀ ਅਵੇ, ਡਿਕਸ਼ਨਰੀ ਨੂੰ ਪਰੇ ਨਾ ਰੱਖੋ। ਆਈ ਨੀਡ ਇਟ। ਹੁਣ ਇਹਨੂੰ ਯੂਜ਼ ਨੂੰ ਤਾਂ ਤੁਸੀਂ ਕੰਟੀਨਿਊ ਦੇ ਵਿੱਚ ਲਿਜਾ ਸਕਦੇ ਹੋ, ਬਟ ਨੀਡ ਨੂੰ ਆਪਾਂ ਕੰਟੀਨਿਊ ਦੇ ਵਿੱਚ ਨਹੀਂ ਲਿਜਾ ਸਕਦੇ। ਦੈਨ ਤੁਹਾਨੂੰ ਸੇਮ ਇੱਦਾਂ ਹੀ ਯੂਜ਼ ਕਰਨਾ ਪਊਗਾ, ਆਈ ਨੀਡ ਇਟ, ਮੈਨੂੰ ਇਹਦੀ ਜ਼ਰੂਰਤ ਹੈ। ਓਕੇ, ਨੀਡ ਨੂੰ, ਰਿਮੈਂਬਰ ਨੂੰ ਆਪਾਂ ਕੰਟੀਨਿਊ ਦੇ ਵਿੱਚ ਨਹੀਂ ਲਿਜਾ ਸਕਦੇ। ਨੈਕਸਟ, ਏਅਰ ਕੰਸਿਸਟ ਮੇਨਲੀ ਆਫ ਨਾਈਟ੍ਰੋਜਨ ਐਂਡ ਆਕਸੀਜਨ। ਹੁਣ ਏਅਰ ਕੰਸਿਸਟ ਮਤਲਬ ਕਿ ਏਅਰ ਦੇ ਵਿੱਚ ਮੇਨਲੀ ਇਹ ਚੀਜ਼ਾਂ ਨੇਗੀਆਂ, ਤਾਂ ਏਅਰ ਇਹਨਾਂ ਨੂੰ ਕੰਸਿਸਟ ਕਰਦੀ ਹੈ। ਕਿਸੇ ਚੀਜ਼ ਦੇ ਵਿੱਚ ਕੋਈ ਚੀਜ਼ ਹੋਵੇ, ਜਾਂ ਜਿੱਦਾਂ ਕੋਈ ਕਿਸੇ ਮਿਕਸਚਰ ਦੀ ਬਣੀ ਹੋਵੇ ਕੋਈ ਚੀਜ਼, ਤਾਂ ਆਪਾਂ ਕਹਾਂਗੇ ਕਿ ਇਹ ਚੀਜ਼ ਦੇ ਵਿੱਚ ਆਹ ਚੀਜ਼ਾਂ ਨੇ। ਦੈਨ ਏਅਰ ਕੰਸਿਸਟਸ ਦੀ ਬਣੀ ਹੋਈ ਹੈ। ਏਅਰ ਕੰਸਿਸਟਸ ਮੇਨਲੀ ਆਫ ਨਾਈਟ੍ਰੋਜਨ ਐਂਡ ਆਕਸੀਜਨ। ਕੰਸਿਸਟਸ, ਕਿਉਂਕਿ ਏਅਰ ਇੱਕ ਚੀਜ਼ ਆ ਗਈ ਤਾਂ ਆਪਾਂ ਵਰਬ ਨਾਲ ਐਸ ਲਗਾਈਏ। ਸੋ ਹੂ ਇਜ਼ ਦੈਟ ਮੈਨ, ਵਟ ਡੈਸ਼ ਹੀ ਵਾਂਟ। ਹੁਣ ਵਾਂਟ ਅਗੇਨ ਤੁਸੀਂ ਕੰਟੀਨਿਊ ਦੇ ਵਿੱਚ ਨਹੀਂ ਲਿਜਾ ਸਕਦੇ, ਤੁਸੀਂ ਵਾਂਟਿੰਗ ਨਹੀਂ ਕਹਿ ਸਕਦੇ। ਹੁਣ ਆਪਾਂ ਇੱਥੇ ਕੀ ਕਵਾਂਗੇ ਇਹਨੂੰ, ਹੁਣ ਇਹ ਕਿ ਹੂ ਇਜ਼ ਦੈਟ ਮੈਨ, ਕਿ ਉਹ ਮੈਨ ਕੌਣ ਹੈ। ਵਟ ਹੀ ਵਾਂਟ, ਹੁਣ ਇਹਦਾ ਕੀ ਮਤਲਬ ਬਣਿਆ ਕਿ ਉਹ ਕੀ ਚਾਹੁੰਦਾ ਹੈ। ਅਗੇਨ ਦਾ ਹੈ, ਦੀ ਹੈ, ਦੇ ਹਨ, ਤਾਂ ਆਪਾਂ ਕੀ ਕਵਾਂਗੇ, ਵਟ ਕੁਐਸਚਨ ਕੁਐਸਚਨ ਬਣਾਉਣਾ ਤੇ ਡੂ ਡਜ਼ ਵੀ ਯੂਜ਼ ਕਰਨਾ ਪਏਗਾ। ਵਟ ਡਜ਼ ਹੀ ਦੇ ਨਾਲ ਕੀ ਲੱਗਿਆ, ਡਜ਼। ਵਟ ਡਜ਼ ਹੀ ਵਾਂਟ, ਉਹ ਕੀ ਚਾਹੁੰਦਾ ਹੈ, ਵਟ ਡਜ਼ ਹੀ ਵਾਂਟ। ਤੁਸੀਂ ਇਹ ਨਹੀਂ ਕਹਿ ਸਕਦੇ ਵਟ ਇਜ਼ ਹੀ ਵਾਂਟਿੰਗ। ਓਕੇ, ਵਾਂਟ ਨੂੰ ਕੰਟੀਨਿਊ ਦੇ ਵਿੱਚ ਨਹੀਂ ਲੈ ਕੇ ਜਾਣਾ। ਹੂ ਇਜ਼ ਦੈਟ ਮੈਨ, ਵਾਈ ਹੀ ਲੁੱਕ ਐਟ ਅਸ। ਹੁਣ ਇਹ ਲੁੱਕ ਵਰਡ ਆ, ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਦੇਖ ਰਿਹਾ ਹੈ ਨਾ। ਤੇ ਹੂ ਇਜ਼ ਦੈਟ ਮੈਨ, ਵਾਈ ਹੀ ਲੁੱਕ ਐਟ ਅਸ, ਹੁਣ ਉਹ ਸਾਡੀ ਤਰਫ ਕਿਉਂ ਦੇਖ ਰਿਹਾ ਹੈ। ਹੁਣ ਰਿਹਾ ਹੈ ਆ ਗਿਆ, ਇਜ਼ ਐਮ ਆਰ ਆਈ ਐਨ ਜੀ ਆ ਗਿਆ। ਵਾਈ ਇਜ਼ ਹੀ ਲੁਕਿੰਗ ਹੈ, ਤੇਰਾ ਮਤਲਬ ਰਿਹਾ ਹੈ। ਵਾਈ ਇਜ਼ ਹੀ ਲੁਕਿੰਗ ਐਟ ਅਸ, ਉਹ ਸਾਡੇ ਵੱਲ ਕਿਉਂ ਦੇਖ ਰਿਹਾ ਹੈ। ਹੂ ਇਜ਼ ਦੈਟ ਮੈਨ, ਤਾਂ ਉਹ ਪਰਸਨ ਕੌਣ ਹੈ। ਯੂ ਰਿਕਗਨਾਈਜ਼ ਹਿਮ, ਕੀ ਤੁਸੀਂ ਉਸਨੂੰ ਪਛਾਣਦੇ ਹੋ। ਅਗੇਨ ਦਾ ਹੈ, ਦੀ ਹੈ, ਦੇ ਹਨ ਆ ਗਿਆ, ਕੀ ਤੁਸੀਂ ਉਸਨੂੰ ਪਛਾਣਦੇ ਹੋ। ਦੈਨ ਆਪਾਂ ਇਹਨੂੰ ਕਿੱਦਾਂ ਲਿਖਾਂਗੇ, ਸ਼ੁਰੂ ਦੇ ਵਿੱਚ ਡੂ, ਯੂ ਦੇ ਨਾਲ ਆਪਾਂ ਡੂ ਲਗਾਤਾ, ਡੂ ਯੂ ਰਿਕਗਨਾਈਜ਼। ਹੁਣ ਰਿਕਗਨਾਈਜ਼ ਦੇ ਨਾਲ ਆਪਾਂ SEIS ਨਹੀਂ ਲਗਾਵਾਂਗੇ, ਕਿਉਂਕਿ ਯੂ ਨਾਲ ਨਹੀਂ ਲੱਗੂਗਾ, ਇੱਕ ਜਣੇ ਦੀ ਗੱਲ ਕਰ ਰਹੇ ਹਾਂ। ਨੈਕਸਟ ਆ ਗਿਆ, ਆਈ ਥਿੰਕ ਆਫ ਸੈਲਿੰਗ ਮਾਈ ਕਾਰ, ਵੁੱਡ ਯੂ ਬੀ ਇੰਟਰਸਟਿਡ ਇਨ ਬਾਇੰਗ ਇਟ। ਹੁਣ ਦੇਖੋ, ਆਈ ਥਿੰਕ, ਤਾਂ ਥਿੰਕ ਦੋ ਤਰ੍ਹਾਂ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਨੰਬਰ ਇੱਕ ਤੇ ਇਹ ਹੈ ਕਿ ਆਪਾਂ ਕਿਸੇ ਚੀਜ਼ ਬਾਰੇ ਕੁਝ ਸੋਚਦੇ ਹਾਂ, ਆਪਣਾ ਕੋਈ ਵਿਚਾਰ ਆ ਉਸ ਚੀਜ਼ ਬਾਰੇ, ਤਾਂ ਆਪਾਂ ਕਹਾਂਗੇ ਕਿ ਮੈਨੂੰ ਐਵੇਂ ਲੱਗਦਾ ਆ। ਠੀਕ ਹੈ, ਜਦੋਂ ਤਾਂ ਆਪਾਂ ਕਹਿਣਾ ਕਿ ਮੈਨੂੰ ਐਵੇਂ ਲੱਗਦਾ ਕਿ ਆਹ ਚੀਜ਼ ਇੱਦਾਂ ਹੈ, ਤਾਂ ਤੁਸੀਂ ਥਿੰਕ ਯੂਜ਼ ਕਰੋਗੇ। ਬਟ ਅਗਰ ਤੁਸੀਂ ਕਿਸੇ ਚੀਜ਼ 'ਤੇ ਕੋਈ ਵਿਚਾਰ ਕਰ ਰਹੇ ਹੋ, ਕੋਈ ਕੰਮ ਕਰਨ ਦੀ ਗੱਲ ਸੋਚ ਰਹੇ ਹੋ, ਹੈ ਨਾ, ਕੁਝ ਕਰਨ ਦਾ ਸੋਚ ਰਹੇ ਹੋ, ਦੈਨ ਤੁਸੀਂ ਉਹਨੂੰ ਕੰਟੀਨਿਊ ਦੇ ਵਿੱਚ ਕਹੋਗੇ। ਜਦੋਂ ਆਪਾਂ ਕਹਿਣਾ ਕਿ ਮੈਨੂੰ ਲੱਗਦਾ ਵੀ ਆਹ ਚੀਜ਼ ਇੱਦਾਂ ਆ, ਤਾਂ ਆਪਾਂ ਇਕੱਲਾ ਥਿੰਕ ਯੂਜ਼ ਕਰਾਂਗੇ। ਅਗਰ ਤੁਸੀਂ ਕਹਿ ਰਹੇ ਹੋ ਕਿ ਮੈਂ ਇੱਦਾਂ ਕਰਨ ਦਾ ਸੋਚ ਰਹੀ ਹਾਂ, ਦੈਨ ਆਪਾਂ ਥਿੰਕਿੰਗ ਯੂਜ਼ ਕਰਾਂਗੇ। ਆਈ ਐਮ ਥਿੰਕਿੰਗ, ਹੀ ਇਜ਼ ਥਿੰਕਿੰਗ। ਓਕੇ, ਹੁਣ ਇੱਥੇ ਆਪਾਂ ਨੇ ਕਹਿਣਾ ਆ ਆਈ ਥਿੰਕ ਆਫ ਸੈਲਿੰਗ ਮਾਈ ਕਾਰ, ਮਤਲਬ ਇਹਦੀ ਸੈਂਸ ਇਹ ਬਣ ਰਹੀ ਹੈ ਕਿ ਮੈਂ ਆਪਣੀ ਕਾਰ ਵੇਚਣ ਦੀ ਸੋਚ ਰਹੀ ਹਾਂ। ਹੁਣ ਮੈਂ ਕਿਸੇ ਚੀਜ਼ ਤੇ ਵਿਚਾਰ ਕਰ ਰਹੀ ਹਾਂ, ਦੈਨ ਆਪਾਂ ਲਿਖਾਂਗੇ ਆਈ ਐਮ ਥਿੰਕਿੰਗ ਆਫ ਸੈਲਿੰਗ ਮਾਈ ਕਾਰ।
ਵੁੱਡ ਯੂ ਬੀ ਇੰਟਰਸਟਿਡ ਇਨ ਬਾਇੰਗ ਇਟ, ਕੀ ਤੁਸੀਂ ਇਸ ਨੂੰ ਬਾਈ ਕਰਨ ਦੇ ਵਿੱਚ ਇੰਟਰਸਟਿਡ ਹੋਵੋਗੇ। ਆਈ ਕੈਨ ਨॉट ਮੇਕ ਅਪ ਮਾਈ ਮਾइंड, ਤਾਂ ਮਾइंड मेकअप करना मतलब किसी चीज़ का मन बनाना। आई कैन नॉट मेक अप माई माइंड मतलब मेरा मन बन नहीं रहा इस चीज़ बारे। वट यू थिंक आई शुड डू, आई शुड डू का मतलब कि मैनू करना चाहिए है। हुण इत्थे आपां कह रहे हैं वट यू थिंक मतलब तुसी की सोचदे हो, तुसी की सोचदे हो कि मैनू की करना चाहिए है। वट यू थिंक, हुण तुसी की सोचदे हो, अगेन दैन यू दे नाल आपां लगावांगे डू। वट डू यू थिंक, तुसी की सोचदे हो, वट डू यू थिंक आई शुड डू कि मैनू की करना चाहिए है। गैरी वॉज नॉट वैल अर्लीयर, अर्लीयर मतलब हुंदा पहला, गैरी वॉज नॉट वैल अर्लीयर, तो गैरी पहला ठीक नहीं सी, बट ही सीम ओके नाउ, बट हुण वो ठीक लगता है। तो सीम नू भी कदे भी तुसी कंटिन्यू दे विच नहीं लैके जा सकते। दैन इनू भी हुण इदां ही लिखांगे आपां सिंपल दे विच, ही सीम्स वो लगता है, ही सीम्स ओके नाउ हुण वो ठीक लग रहा है। हुण तुसी देखो जिहड़े इधर अपने फॉर्म्स यूज किए ने करैक्ट ने या इनकरैक्ट ने, ठीक है। निक्की इज थिंकिंग ऑफ गिविंग अप हर जॉब, हुण इहदी की सेंस बन रही है कि निक्की अपनी जॉब छड्डण दा सोच रही है, हुण वो कुछ करन बारे सोच रही है, दैन कंटिन्यू दी फॉर्म सही है। निक्की इज थिंकिंग ऑफ गिविंग अप हर जॉब, ओके वो इस चीज़ पे विचार कर रही है। इट इज़ नॉट ट्रू, आई एम नॉट बिलीविंग इट, हुण इट इज़ नॉट ट्रू तो ठीक है कि इट इज़ नॉट ट्रू मीनस ये सच नहीं है। आई एम नॉट बिलीविंग इट कि मैं ये तो यकीन नहीं कर रहा हाँ, कि आप कहने कि मैं ये तो यकीन नहीं करता, ठीक है ना। आप कभी भी इदा नहीं कहते कि मैं ये तो यकीन नहीं कर रहा हाँ, मैं कहना कि मैं या तो ये तो यकीन करता है या नहीं करता, आप कहने कि मैं ये तो यकीन नहीं करती या नहीं करता। दैन हुण इत्थे गलत है, एम की जगह की आना चाहिए, डू आना चाहिए, दा है, दी है, दे हन, दा हाँ, मैं इस पर यकीन नहीं करता, आई डू नॉट बिलीव इट, ING की फॉर्म कट गई, ओके। नेक्स्ट, आई एम फीलिंग हंगरी, इज देयर एनीथिंग टू इट, सो आई एम फीलिंग हंगरी कि मैनू भुख लग रही है, ठीक है, ये बिल्कुल सही है। आई एम फीलिंग हंगरी कि मैं हूँ इदा फील करती हाँ, सो आई एम फीलिंग हंगरी, इज देयर एनीथिंग टू इट, ये सही है। बट इनू फील दे नाल कहोगे तो भी ठीक है, आई फील हंगरी, ठीक है, वो भी ठीक है। आई एम फीलिंग हंगरी, ये दोनों तरह नाल सही है। वैसे जो आप हुण प्रेजेंट दे विच अपनी फीलिंग दसनी हो तो आप कंटिन्यू दे विच दस सकते हो कि मैनू इदा फील हो रहा है। सो आई हैव नैवर ईटन दैट फ्रूट, कि मैं ये फ्रूट कभी नहीं खाया, आई हैव नैवर ईटन दैट फ्रूट, वट इज इट टेस्टिंग लाइक। टेस्ट भी जो वर्ड है जिदा मैं तुहानूं पहली वीडियो के विच दस्सिया सी, टेस्ट नूं भी तुसीं कदे कंटिन्यू दे विच नहीं लैके जा सकते, इनू भी आपां नूं प्रेजेंट सिंपल दे विच रखना पेगा। वट इज इट टेस्टिंग लाइक, तो इहदी जगह ते आपां की कहांगे, इस दी जगह ते डज, वट डज इट, तो ING की फॉर्म कट के आप इत्थे सिंपल फॉर्म लगाओगे टेस्ट, वट डज इट टेस्ट लाइक, इहदा टेस्ट किवें दा आ। आई एम नॉट श्योर वट शी डज, तो मैं श्योर नहीं है कि वो की करती है। आई थिंक शी वर्कस इन अ शॉप, हुण आ ते सही है, आई एम नॉट श्योर कि मैं श्योर नहीं है, वट शी डज कि वो की करती है। आई थिंक मैनू लगता है, शी वर्कस इन अ शॉप, तो इत्थे आप कहते कि मैनू लगता कि वो एक शॉप पर काम कर रही, तो मैनू लगता मीनस आई थिंक, नॉट आई एम थिंकिंग, आई थिंक शी वर्कस इन अ शॉप। सो लुक ओवर देयर, उधर देखो, वट आर यू सीइंग, तुसी की देख रहे हो, कि आप की देखेंगे की कहांगे कि तुहानूं की दिख रहा है या तुसी की देखते हो, तो इनू भी तुसी इदां सीइंग, जो आप किसी प्रॉपर प्लेस से देख रहे हैं ना तो आप लुक एट कर देंगे, आप सी नहीं करते। सी का मतलब होंगे कि आप नॉर्मली देख रहे, जिद्दां आप बैठे अपना मतलब नोटिस नहीं कर रहे कोई भी चीज़, अगर आप नोट करांगे तो आप लुक एट करांगे। नॉर्मल जो आप देख रहे तो आप सी करते हैं, उन्होंने आप कंटिन्यू दे विच नहीं कह सकते। सो लुक ओवर देयर, वट आर यू सीइंग, नो, वट डू यू सी, इनू कंटिन्यू च नहीं कहना, वट डू यू सी। यू आर वेरी क्वाइट, क्वाइट मीनस शांत, यू आर वेरी क्वाइट, तुसी बहुत शांत हो। वट आर यू थिंकिंग अबाउट, तुसी की सोच रहे हो, ऑब्वियसली आप किसी चीज़ पर विचार कर रहे हैं, ओके। दैन क्वाइट वर्ड दे हिसाब नाल आप किसी चीज़ पर विचार कर रहे हैं। वट आर यू थिंकिंग अबाउट, यदा मतलब है कि तुसी किस चीज़ बारे सोच रहे हो, तो इत्थे वट आर यू थिंकिंग सही है, इत्थे आप नहीं कह सकते वट डू यू थिंक,
ਓਕੇ, ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ? ਆਪਾਂ ਕਹਿੰਦੇ ਸੋਚ ਰਹੇ ਹੋ, ਕਾਹਦੇ ਬਾਰੇ ਸੋਚ ਰਹੇ ਹੋ? then what are you thinking about?